ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA TV ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਮੈਂ ਹਾਂ ਕਮਲਪ੍ਰੀਤ ਸਿੰਘ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਉੱਤੇ ਨਵੇਂ ਖੇਤੀ ਕਾਨੂੰਨ ਲਿਆਂਦੇ ਔਰ ਜਿਸ ਵੇਲੇ ਇਹ ਕਾਨੂੰਨ ਆਏ ਸੀ ਤਾਂ ਕੇਂਦਰ ਨੂੰ ਪੂਰੀ ਆਸ ਸੀ ਕਿ ਉਹਨਾਂ ਦੇ ਇਹ ਕਾਨੂੰਨ ਪੂਰੇ ਤਰੀਕੇ ਦੇ ਨਾਲ ਲਾਗੂ ਹੋ ਜਾਣਗੇ। ਪਰ ਪੰਜਾਬ ਦੇ ਭਰਵੇਂ ਵਿਰੋਧ ਤੋਂ ਬਾਅਦ ਇਸ ਵੇਲੇ ਕੇਂਦਰ ਦੀ ਸਰਕਾਰ ਲੱਗਦਾ ਥੋੜਾ ਡਗਮਗਾ ਗਈ ਹੈ ਔਰ ਸੰਕਟ ਦੇ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ। ਕਿਸ ਤਰ੍ਹਾਂ ਦਾ ਉਹ ਸੰਕਟ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਰੂਪ ਧਾਰ ਸਕਦਾ ਹੈ, ਇਸ ਬਾਰੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਔਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਅਜੀਤ ਦੇ ਸੀਨੀਅਰ ਪੱਤਰਕਾਰ ਸਰਦਾਰ ਮੇਜਰ ਸਿੰਘ ਜੀ। ਮੇਜਰ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ। ਮਿਹਰਬਾਨੀ ਜੀ, ਔਰ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਜਰ ਸਿੰਘ ਜੀ, ਜਿਵੇਂ ਅਸੀਂ ਦੇਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਉੱਤੇ ਜਿਹੜੇ ਖੇਤੀ ਕਾਨੂੰਨ ਬਣਾਏ, ਉਲਟਾ ਉਹ ਹੁਣ ਉਹਨਾਂ ਦੇ ਵੱਲ ਹੀ ਜਿਹੜਾ ਸੰਕਟ ਦਾ ਇੱਕ ਸੁਨੇਹਾ ਲੈ ਕੇ ਆ ਰਹੇ ਨੇ। ਕੀ ਦੇਖਦੇ ਹੋ ਤੁਸੀਂ, ਕਿਸ ਤਰ੍ਹਾਂ ਬਿਲਕੁਲ ਜੀ, ਬਿਲਕੁਲ ਇਹ ਗੱਲ ਦੇਖੋ, ਇਹ ਹੈਗੀ ਹੈ ਕਿ ਮੋਦੀ ਸਰਕਾਰ ਜੀ ਅੱਜ ਤੋਂ ਕਰੀਬ 6 ਸਾਲ 6.5 ਸਾਲ ਪਹਿਲਾਂ ਜਦ ਹੋਂਦ 'ਚ ਆਈ ਸੀ 2014 ਦੇ ਵਿੱਚ ਜੀ, ਤਾਂ ਉਦੋਂ ਬੜੇ ਵੱਡੇ ਜਨਤਕ ਮੈਜੋਰਟੀ ਨੇ ਬਾਕੀ ਭਾਈਵਾਲ ਪਾਰਟੀਆਂ ਨੇ ਮਿਲ ਕੇ ਲਈ ਸੀ ਜੀ, ਔਰ ਕਾਂਗਰਸ ਨੂੰ ਬੜਾ ਵੱਡਾ ਨੁਕਸਾਨ ਹੋਇਆ। ਹੋਰ ਪਾਰਟੀਆਂ ਵੀ ਬਹੁਤ ਬੁਰੀ ਤਰ੍ਹਾਂ ਮਧੋਲੀਆਂ ਗਈਆਂ ਸੀ ਔਰ ਮੋਦੀ ਨੇ ਇਹ ਆਸ ਬੁਝਾਈ ਸੀ ਹਿੰਦੁਸਤਾਨ ਨੂੰ ਔਰ ਸਾਰੀ ਦੁਨੀਆ ਨੂੰ ਕਿ ਮੇਰੇ ਰਾਜ ਦੇ ਵਿੱਚ ਹਿੰਦੁਸਤਾਨ ਬੜੀ ਵੱਡੀ ਤਰੱਕੀ ਕਰੂਗਾ ਹਰ ਖੇਤਰ ਦੇ ਵਿੱਚ, ਔਰ ਪੁਰਾਣੇ ਜਿਹੜੇ ਸ਼ਕਲ ਹੈ, ਜਿਹੜੀਆਂ ਬੇੜੀਆਂ ਹੈ, ਉਹ ਤੋੜ ਕੇ ਅਸੀਂ ਨਵੇਂ ਯੁੱਗ 'ਚ ਦਾਖਲ ਹੋਵਾਂਗੇ। ਪਹਿਲਾਂ ਉਹਨਾਂ ਨੇ ਕਿਹਾ 3 ਟ੍ਰਿਲੀਅਨ ਯਾਨੀ 3 ਲੱਖ ਅਰਬ ਦੀ ਅਸੀਂ ਅਰਥ ਵਿਵਸਥਾ ਬਣਾਵਾਂਗੇ ਜੀ। ਫਿਰ ਹੁਣ ਦੂਜੀ ਵਾਰੀ ਜਿੱਤ ਕੇ ਕਿਹਾ ਕਿ ਨਹੀਂ 5 ਟ੍ਰਿਲੀਅਨ ਯਾਨੀ 5 ਲੱਖ ਕਰੋੜ ਦੀ ਜਿਹੜੀ ਆਰਥਿਕਤਾ ਭਾਰਤੀ ਉਹ ਬਣਾਵਾਂਗੇ। ਬਿਲਕੁਲ। ਹੁਣ ਇਹ ਜਿਹੜੇ ਸਾਰੇ ਹੈ, ਇਹ ਸਾਰਿਆਂ ਦੇ ਚੱਕਰ 'ਚ ਕੀ ਹੋਇਆ ਕਿ ਪਹਿਲੇ ਸਾਲ ਜਿਹੜੇ ਪਹਿਲੇ 5 ਸਾਲ ਸੀਗੇ ਮੋਦੀ ਸਰਕਾਰ ਦੇ, ਉਹ ਬਿਨਾਂ ਚੁਣੌਤੀ ਤੋਂ ਲੰਘੇ ਜੀ। ਕੋਈ ਵੱਡੀ ਚੁਣੌਤੀ ਸਾਹਮਣੇ ਨਹੀਂ ਸੀ ਕਿਉਂਕਿ ਸਿਆਸੀ ਤੌਰ 'ਤੇ ਨਾ ਕਾਂਗਰਸ ਜਾਣ ਰਹੀ, ਨਾ ਹੋਰ ਕੋਈ ਵੱਡੀ ਵਿਰੋਧੀ ਧਿਰ ਸੀ ਜਿਹੜੀ BJP ਨੂੰ ਨੱਥ ਪਾ ਸਕਦੀ ਜਾਂ ਇਹਦੇ ਖਿਲਾਫ ਕੋਈ ਮੁਹਿੰਮ ਕਰ ਸਕਦੀ। ਅਤੇ ਇਹ ਕਰਕੇ ਉਹ ਸਾਰੀ ਕੀ ਹੋਇਆ, ਪਹਿਲਾਂ ਸਭ ਤੋਂ ਕੀਤਾ ਕਿ ਨੋਟਬੰਦੀ ਮੋਦੀ ਸਰਕਾਰ ਨੇ ਕਾਇਮ ਕੀਤੀ। ਉਹ ਨੋਟਬੰਦੀ ਨੇ ਪੂਰੇ ਹਿੰਦੁਸਤਾਨ 'ਚ ਹਾਹਾਕਾਰ ਮਚਾਈ ਜੀ। ਲੋਕੀ ਆਪਣੇ ਪੈਸੇ ਲੈਣ ਲਈ ਬੈਂਕ 'ਚ ਖੜਦੇ ਰਹੇ ਲਾਈਨ ਬਣਾ ਕੇ ਸਾਰਾ ਦਿਨ, ਔਰ 2-2 3-3 ਮਹੀਨੇ ਲੋਕਾਂ ਨੂੰ ਵਰਤਣ ਲਈ ਆਪਣਾ ਪੈਸਾ ਹੀ ਨਹੀਂ ਮਿਲਿਆ ਹੈਗਾ। ਉਸ ਨੇ ਕੀ ਕੀਤਾ, ਉਸ ਨੇ ਹਿੰਦੁਸਤਾਨ ਦੀ ਆਰਥਿਕਤਾ ਖਾਸ ਤੌਰ 'ਤੇ ਜਿਹੜੀ ਹੇਠਲੀ ਪ੍ਰਚੂਨ ਸੀ ਨਾ ਵਿਕਰੀ, ਉਹਦਾ ਲੱਕ ਤੋੜ ਕੇ ਰੱਖ ਦਿੱਤਾ। ਬਿਲਕੁਲ। ਕਿਉਂਕਿ ਉਹ ਨਾ ਸਾਡੇ ਡਿਜੀਟਲ ਚੱਲਦੀ ਹੈ, ਨਾ ਚੈੱਕਾਂ ਰਾਹੀਂ ਹੁੰਦੀ ਹੈ, ਨਾ ਕੋਈ ਹੋਰ ਟਰਾਂਸਫਰ ਹੁੰਦੀ ਹੈ। ਉਹ ਨਗਦ ਲੈਣ ਦੇਣ ਉਹਦਾ, ਉਹ ਨਗਦ ਲੈਣ ਦੇਣ ਨੂੰ ਜਿਹੜੀ ਵੱਡੀ ਸੱਟ ਵੱਜੀ, ਉਹਨੇ ਸਾਡਾ ਛੋਟਾ ਦਰਮਿਆਨਾ ਔਰ ਚੰਗਾ ਜਿਹੜਾ ਕਾਰੋਬਾਰੀ ਸੀ ਉਹ ਸਾਰਾ ਝੰਜੋੜ ਕੇ ਰੱਖ ਦਿੱਤਾ ਗਾ। ਅਜੇ ਉਸ ਤੋਂ ਸੰਭਲਿਆ ਵੀ ਨਹੀਂ ਸੀ ਦੇਸ਼। ਇਸ ਨੋਟਬੰਦੀ ਦੇ ਉੱਤੇ ਇੰਨੀ ਜ਼ਿੰਮੇਵਾਰੀ ਕੀਤੀ ਗਈ ਮੋਦੀ ਵੱਲੋਂ ਕਿ ਜੀ ਇਹਦੇ ਨਾਲ ਕਾਲਾ ਧਨ ਖਤਮ ਹੋ ਜਾਊਗਾ, ਇਹਦੇ ਨਾਲ ਕਾਲਾ ਧਨ ਇੰਨਾ ਆ ਜਾਣਾ ਕਿ ਉਹ ਅਸੀਂ 15-15 ਲੱਖ ਇੱਕ ਖਾਤੇ ਜਮ੍ਹਾਂ ਕਰਾ ਦਾਂਗੇ। ਇਸ ਤਰ੍ਹਾਂ ਦੇ ਹੋਰ ਬੜੇ ਡੰਬਰ ਕੀਤੇ ਗਏ। ਉਹਨੇ ਜਿਹੜੀ ਆਪਣੀ ਫੇਲਰ ਸੀ, ਜਿਹੜੀ ਅਸਫਲਤਾ ਸੀ, ਉਹਨੂੰ ਸਫਲਤਾ ਬਣਾ ਕੇ ਪੇਸ਼ ਕਰਤਾ। ਇਸ ਤਰ੍ਹਾਂ ਦੀ ਮੁਹਿੰਮਬਾਜ਼ੀ ਕੀਤੀ। ਫਿਰ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਹੀ ਲੋਕਾਂ ਦੇ ਸਿਰ ਇੱਕ ਬਿਨਾਂ ਤਿਆਰੀ ਦੇ ਜਲਦਬਾਜ਼ੀ 'ਚ GST ਲੱਤਾ, ਗੱਬਰ ਸਿੰਘ ਟੈਕਸ। ਹਾਂ, ਉਹ ਜਲਦਬਾਜ਼ੀ ਨਾਲ ਜਿਹੜਾ ਲੱਦਿਆ ਹੋਇਆ ਗੱਬਰ ਟੈਕਸ ਸੀ ਜੀ। ਹਾਲਾਂਕਿ ਉਦੋਂ ਵੀ ਬਹੁਤ ਸਾਰੇ ਰਾਜਾਂ ਨੇ, ਬਹੁਤ ਸਾਰੀਆਂ ਖੇਤਰੀ ਪਾਰਟੀਆਂ ਨੇ, ਅਰਥ ਸ਼ਾਸਤਰੀਆਂ ਨੇ ਇਹ ਸ਼ੰਕਾ ਜ਼ਾਹਰ ਕੀਤੀ ਸੀ ਕਿ ਹਿੰਦੁਸਤਾਨ 'ਚ ਇਹ ਲਾਗੂ ਤਾਂ ਕੀਤਾ ਜਾ ਰਿਹਾ ਹੈ, ਪਰ ਲੱਗਦਾ ਕਿ ਇਹਦੇ ਨਤੀਜੇ ਮਾੜੇ ਆਉਣਗੇ। ਪਰ ਕੋਈ ਵੱਡਾ ਵਿਰੋਧ ਨਹੀਂ ਹੋਇਆ ਔਰ ਉਸ ਵਿਰੋਧ ਨੂੰ ਸਗੋਂ ਦੂਜੇ ਪਾਸੇ ਦੱਬ ਲਿਆ ਕਿ ਦੇਖੋ ਜੀ, ਦੇਸ਼ ਤਰੱਕੀ ਕਰਨ ਲੱਗਾ, ਇੱਕ ਦੇਸ਼ ਬਣ ਗਿਆ, ਜਿੱਥੇ ਮਰਜ਼ੀ ਵਪਾਰ ਕਰੋ, ਜਿੱਥੇ ਮਰਜ਼ੀ ਰਿਟਰਨਾਂ ਭਰੋ, ਜਿੱਥੋਂ ਮਰਜ਼ੀ ਵਾਪਸ ਲਓ, ਅਤੇ ਇਹ ਤਾਂ ਮੌਜਾਂ ਬਣ ਗਈਆਂ ਵਪਾਰੀਆਂ ਨੂੰ ਜੀ। ਇਸ 'ਤੇ ਵੀ ਉਹੀ ਜੁਮਲੇਬਾਜ਼ੀ ਕੀਤੀ ਗਈ ਜੋ ਨੋਟਬੰਦੀ 'ਤੇ ਸੀ। ਇਹਦਾ ਵਿਰੋਧ ਨਹੀਂ ਹੋਇਆ ਕਿਧਰੋਂ ਵੀ। ਅੱਜ ਹਾਲਾਤ ਇਹ ਹੈ ਕਿ ਅੱਜ 2.5 ਲੱਖ ਕਰੋੜ ਦੇ ਹੇਠ ਆ ਕੇ ਰਾਜ GST ਕਰਕੇ, ਔਰ ਸਾਰੇ ਦੇਸ਼ 'ਚ ਹਾਹਾਕਾਰ ਮੱਚੀ ਹੋਈ ਹੈ। ਹੁਣ ਇਹੀ ਜਿਹੜਾ ਹੈਗਾ ਨਾ 6 ਸਾਲ 5 ਸਾਲ ਪਹਿਲੇ ਅਤੇ 1 ਸਾਲ ਆ ਨਵੀਂ ਜਿਹੜੀ ਪਾਰੀ ਆਈ ਇਹਦੀ ਕਾਰਜਕਾਲ ਮੋਦੀ ਸਰਕਾਰ ਦਾ, ਉਹ 'ਚ ਕੋਈ ਵੱਡੀ ਚੁਣੌਤੀ ਨਹੀਂ ਉਹਨਾਂ ਦੇ ਸਾਹਮਣੇ ਖੜ੍ਹੀ ਹੋਈ। ਹਾਲਾਂਕਿ ਚੋਣ ਤੋਂ ਪਹਿਲਾਂ ਜਦੋਂ 2019 'ਚ ਚੋਣ ਹੋਣੀ ਸੀ ਲੋਕ ਸਭਾ ਦੀ, ਬਹੁਤ ਵੱਡੀ ਚੁਣੌਤੀ ਪੇਸ਼ ਹੋਈ ਸੀ ਕਿ ਆਰਥਿਕ ਫੇਲਰ ਯਾਨੀ ਆਰਥਿਕ ਫਰੰਟ 'ਤੇ ਹਰ ਪਾਸੇ ਹਿੰਦੁਸਤਾਨ ਮੋਦੀ ਦੀ ਅਗਵਾਈ 'ਚ ਅਸਫਲ ਹੋਇਆ ਸੀ ਜੀ। ਪਰ ਮੋਦੀ ਨੇ ਇਹੋ ਜਿਹਾ ਉਹਨੂੰ ਗੇੜ ਦਿੱਤਾ, ਉਹਨੂੰ ਇਹੋ ਜਿਹੀ ਮੁਹਿੰਮਬਾਜ਼ੀ 'ਚ ਪਾ ਲਿਆ
ਕਿ ਉਹ ਆਰਥਿਕ ਫੇਲਰ ਜਿਹੜਾ ਉਹ ਦੇਸ਼ ਦੀ ਸੁਰੱਖਿਆ ਤੇ ਪਾਕਿਸਤਾਨ ਦੇ ਖਿਲਾਫ ਜਿਹੜਾ ਖੜਾ ਕੀਤਾ ਗਵਾਰ ਸੀ ਉਹਦੇ ਹੇਠ ਦਬ ਕੇ ਰਹਿ ਗਿਆ। ਬਿਲਕੁਲ, ਔਰ ਦੂਜੀ ਵਾਰੀ ਵੋਟਾਂ ਜਿੱਤ ਗਏ। ਜੀ ਉਸ ਉਲਟ ਹੋਇਆ ਕਿ ਦੂਸਰੀ ਵਾਰ ਸਪਸ਼ਟ ਬਹੁਮਤ ਲੱਗਿਆ, ਪਹਿਲੀ ਵਾਰ ਜਿਹੜਾ ਨਹੀਂ ਸੀਗਾ। ਹੁਣ ਇਹ ਦੂਜੀ ਵਾਰ ਜਿਹੜਾ ਆਇਆ ਨਾ, ਉਹਨੇ ਮੋਦੀ ਸਰਕਾਰ ਦਾ ਜਿਵੇਂ ਕਹਿੰਦੇ ਹੁੰਦੇ ਸਿਆਣੇ ਕਿ ਦਿਮਾਗ ਹਿਲਾ ਕੇ ਰੱਖ ਦਿੱਤਾ। ਹੁਣ ਦੇਖੋ ਕਰੋਨਾ ਸੰਕਟ ਆਇਆ ਜੀ, ਦੁਨੀਆ ਭਰ ਵਿੱਚ ਸਰਕਾਰਾਂ ਲੋਕਾਂ ਦੀ ਮਦਦ ਲਈ ਇਹੋ ਜਿਹੀ ਕੋਈ ਪਾਲਿਸੀ ਨਵੀਂ ਨਹੀਂ ਲੈ ਕੇ ਆ ਰਹੀ ਜਿਹਦੇ ਤੇ ਵਾਦ ਖੜਾ ਹੋਵੇ, ਲੋਕਾਂ 'ਚ ਬੇਚੈਨੀ ਹੋਵੇ ਜਾਂ ਕੋਈ ਨਾ ਕੋਈ ਨਵਾਂ ਪੌੜਾ ਖੜਾ ਕਰਨ ਵਾਲੇ ਹੋਵੇ। ਸਗੋਂ ਉਹ ਇਸ ਮਾਮਲੇ 'ਚ ਲੱਗੇ ਹੋਈਆਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਕਰੋਨਾ ਨੇ ਜਿਹੜਾ ਵਿੱਤੀ ਆਰਥਿਕ ਨੁਕਸਾਨ ਪਹੁੰਚਾਇਆ ਉਹਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇ। ਪਰ ਸਾਡੇ ਦੇਸ਼ 'ਚ ਉਲਟ ਹੋਇਆ ਕਿ ਕਰੋਨਾ ਦੇ ਜ਼ਮਾਨੇ ਦੇ ਵਿੱਚ ਸਾਡੇ ਦੇਸ਼ 'ਚ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਖੇਤੀ ਦੇ ਬਾਰੇ 'ਚ। ਇਹ ਤੇ ਵੱਡੀ ਕੰਟਰੋਵਰਸੀ ਹੋਈ ਔਰ ਮੇਰੇ ਖਿਆਲ 'ਚ ਇਹ ਕਿ ਪਹਿਲੀ ਵਾਰ ਹੈ 7ਵੇਂ ਸਾਲ ਜਦੋਂ ਹੁਣੇ ਸਰਕਾਰ ਜਾਣ ਲੱਗੀ ਹੈ ਤਾਂ ਉਹਨੂੰ ਐਡੀ ਵੱਡੀ ਚੁਣੌਤੀ ਖੜੀ ਹੋ ਗਈ ਕਿ ਉਸ ਨੂੰ ਆਪ ਹੀ ਲੱਗਦਾ ਕੋਈ ਆਪਣੇ ਜਿਹੜਾ ਜਾਲ ਬੁਣਿਆ ਸੀ ਨਾ ਉਹ 'ਚ ਘਿਰੀ ਨਜ਼ਰ ਆ ਰਹੀ ਹੈ ਜੀ। ਹਾਲਾਂਕਿ ਸ਼ੁਰੂ 'ਚ ਮੋਦੀ ਨੇ ਵੀ ਬੜੇ ਧਰਲੇ ਨਾਲ ਗੱਲਾਂ ਕੀਤੀਆਂ, ਅਮਿਤ ਸ਼ਾਹ ਨੇ ਵੀ ਪਾਰਲੀਮੈਂਟ 'ਚ ਬੜਾ ਧਰਲੇ ਨਾਲ ਬੋਲਿਆ ਕਿ ਜੀ ਨਵੇਂ ਖੇਤੀ ਕਾਨੂੰਨ ਜਿਹੜੇ ਉਹ ਸਾਡੇ ਕਿਸਾਨਾਂ ਦੀ ਪੈਰ 'ਚ ਜਿਹੜੀਆਂ ਪਾਈਆਂ ਬੇੜੀਆਂ ਤੋੜਨਗੇ, ਉਹਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ ਔਰ ਕਿਸਾਨਾਂ ਨੂੰ ਜਿਹੜਾ ਹੈਗਾ ਨਾ ਉਹ ਖੁਸ਼ਹਾਲ ਕਰਨਗੇ। ਪਰ ਕਿਸਾਨ ਜਥੇਬੰਦੀਆਂ, ਆਰਥਿਕ ਮਾਹਰ, ਕਿਸਾਨ ਬਾਹਰ, ਹੋਰ ਅਦਾਰਿਆਂ ਦੇ ਲੋਕ ਉਹ ਇਹ ਦੱਸ ਰਿਹਾ ਕਿ ਇਹ ਆਰਥਿਕ ਗੁਲਾਮੀ ਨਹੀਂ ਤੋੜਨਗੇ, ਸਗੋਂ ਇੱਕ ਕਾਰਪੋਰੇਟ ਸੈਕਟਰ ਦੀ ਗੁਲਾਮੀ ਲੋਕਾਂ ਦੇ ਗਲ ਪਾਉਣਗੇ ਕਿਸਾਨਾਂ ਦੇ। ਜਿਹਦੇ ਕਰਕੇ ਅੱਜ ਸਾਰਾ ਹਿੰਦੁਸਤਾਨ ਦਾ ਕਿਸਾਨ, ਖਾਸ ਤੌਰ 'ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬੰਗਾਲ, ਇਹਨਾਂ ਸੂਬਿਆਂ ਦੇ ਕਿਸਾਨ ਵੱਡੀ ਵੱਡੀ ਪੱਧਰ 'ਤੇ ਸਾਰੇ ਚੱਕਰ ਦੇ ਖਿਲਾਫ ਸੜਕਾਂ 'ਤੇ ਆਏ ਹੋਏ, ਸੰਘਰਸ਼ ਕਰ ਰਹੇ ਹੈ ਔਰ ਇਸ 'ਤੇ ਇੱਕ ਬੜਾ ਵੱਡਾ ਜਿਹੜਾ ਹੈਗਾ ਅੰਦੋਲਨ ਛਿੜਿਆ ਹੈਗਾ। ਅਤੇ ਮੇਰੇ ਖਿਆਲ 'ਚ ਇਹ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਪਿਛਲੇ ਇਹ 6.5 ਸਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਇਹ ਵੱਡੀ ਚੁਣੌਤੀ ਪੇਸ਼ ਹੋਈ ਹੈਗੀ। ਜੀ ਮੇਜਰ ਸਿੰਘ ਜੀ, ਜਿਵੇਂ ਕਿ ਇਹ ਚੁਣੌਤੀ ਪੇਸ਼ ਕੀਤੀ ਹੈ ਉਹ ਪੰਜਾਬ ਦੇ ਵੱਲੋਂ, ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦੇ ਲੋਕਾਂ ਨੇ, ਔਰ ਇੱਥੇ ਜਿਹੜਾ ਉਹਨਾਂ ਦਾ ਗੱਠਜੋੜ ਸੀ ਅਕਾਲੀ ਦੇ ਨਾਲ, ਅਕਾਲੀ ਦਲ ਦੇ ਨਾਲ, ਅਕਾਲੀ ਭਾਜਪਾ ਦਾ ਗੱਠਜੋੜ, ਉਹ ਵੀ ਉਹਨਾਂ ਨੂੰ ਤੋੜਨਾ ਪੈ ਗਿਆ। ਅਕਾਲੀ ਦਲ ਨੇ ਉਹਨਾਂ ਦਾ ਸਾਥ ਛੱਡ ਦਿੱਤਾ। ਇਸ ਤੋਂ ਪਹਿਲਾਂ ਵੀ ਇੱਕ ਗੱਠਜੋੜ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਸੀ ਸ਼ਿਵ ਸੈਨਾ ਦਾ, ਉਹਨਾਂ ਦੇ ਨਾਲ, ਉਹਨਾਂ ਦੇ ਵਿੱਚ ਵੀ ਕਾਫੀ ਟਕਰਾਅ ਜਿਹੜਾ ਰਿਹਾ। ਕਿਸ ਪੱਖ ਤੋਂ ਦੇਖਦੇ ਹੋ ਤੁਸੀਂ ਕਿ ਬੀਜੇਪੀ ਇੰਨੇ ਆਪਣੇ ਗੱਠਜੋੜ ਤੋੜ ਰਹੀ ਹੈ, ਸਿਆਸੀ ਤੌਰ ਦੇ ਉੱਤੇ ਵੀ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਮਜ਼ੋਰ ਹੋਏਗੀ? ਨਹੀਂ, ਬਿਲਕੁਲ। ਦੇਖੋ ਗੱਲ ਇਹ ਹੈ ਨਾ, ਜਦੋਂ ਆਰਥਿਕ ਸੰਕਟ ਪੈਦਾ ਹੁੰਦੇ ਨਾ ਉਹ ਫਿਰ ਜਿਹੜੇ ਸਿਆਸੀ ਖੇਤਰ 'ਚ ਵੀ ਸੰਕਟ ਬਣ ਕੇ ਉੱਭਰ ਦੇਣਗੇ। ਹੁਣ ਪਿਛਲੇ ਸਾਲ ਸਭ ਤੋਂ ਜੇ ਕਹੀਏ ਵਿਚਾਰਕ ਤੌਰ 'ਤੇ ਨੇੜੇ ਦਾ ਭਾਈਵਾਲ ਸੀ ਭਾਜਪਾ ਦਾ, ਉਹ ਸੀ ਸ਼ਿਵ ਸੈਨਾ। ਮਹਾਰਾਸ਼ਟਰ 'ਚ ਸ਼ਿਵ ਸੈਨਾ ਬੜੇ ਪਿਛਲੇ 20-25 ਸਾਲ ਤੋਂ ਦੀ ਹਮੇਤੀ ਤੁਰੀ ਆ ਰਹੀ ਸੀ ਔਰ ਵਿਚਾਰਕ ਤੌਰ 'ਤੇ ਉਹ ਦੋਨੇ ਇੱਕ ਹੋਣਗੇ। ਪਰ ਜਿਸ ਤਰ੍ਹਾਂ ਦਾ ਸੰਕਟ ਪੈਦਾ ਹੋਇਆ ਉਹ 'ਚ ਕੀ ਹੋਇਆ, ਸ਼ਿਵ ਸੈਨਾ ਲੱਤ ਮਾਰ ਕੇ ਕਾਂਗਰਸ ਨਾਲ ਜੋਟੀਦਾਰ ਬਣ ਗਈ ਔਰ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਜੁੜ ਗਈ ਸ਼ਰਦ ਪਵਾਰ ਨਾਲ, ਅਤੇ ਉਹ ਉਹਨਾਂ ਨੇ ਸਰਕਾਰ ਬਣਾ ਲਈ। ਇਹ ਪਹਿਲੀ ਇੱਕ ਵੱਡੀ ਸੈਟਬੈਕ ਸੀ ਮੋਦੀ ਔਰ ਭਾਜਪਾ ਲੀਡਰਸ਼ਿਪ ਲਈ ਕਿ ਇੱਕ ਉਹਨਾਂ ਦੀ ਸਭ ਤੋਂ ਪੁਰਾਣੀ ਔਰ ਸਿੱਕੇਬੰਦ ਜਿਹੜੀ ਭਾਈਚਾਰਕ ਵਿਚਾਰਕ ਤੌਰ 'ਤੇ ਸਾਂਝੀ ਜਥੇਬੰਦੀ ਉਹਨਾਂ ਤੋਂ ਖਿੱਚ ਚਲੀ ਗਈ। ਦੂਸਰਾ ਉਹਨਾਂ ਦੇਖੀਏ ਪੰਜਾਬ ਹੈ, ਪੰਜਾਬ 'ਚ ਵੀ ਸਭ ਤੋਂ ਪੁਰਾਣੇ ਭਾਈਵਾਲ ਸੇ ਅਕਾਲੀ ਦਲ ਭਾਜਪਾ ਦੇ, ਉਹ ਵੀ ਇਸ ਸੰਕਟ ਕਾਰਨ ਜਿਹੜੇ ਉਹਨਾਂ ਤੋਂ ਵੱਖ ਹੋਣ ਲਈ ਮਜਬੂਰ ਹੋ ਗਏ। ਅਤੇ ਇਸ ਲਈ ਅਸੀਂ ਦੇਖ ਰਹੇ ਹੈਗੇ ਕਿ ਪੂਰੇ ਹਿੰਦੁਸਤਾਨ 'ਚ ਜਿਹੜਾ ਰੀਜਨਲ ਪਾਰਟੀਆਂ ਕਹਿ ਲਈਏ, ਖਾਸ ਤੌਰ 'ਤੇ ਖੇਤਰੀ ਪਾਰਟੀਆਂ ਜਿਹੜੀਆਂ ਨਾ, ਉਹ ਇਸ ਸੰਕਟ ਕਰਕੇ, ਕਿਉਂਕਿ ਰੀਜਨਲ ਪਾਰਟੀਆਂ ਦਾ ਆਧਾਰ ਆਮ ਤੌਰ 'ਤੇ ਉੱਥੋਂ ਦੇ ਲੋਕਾਂ ਦੇ ਲੋਕ ਮਸਲੇ ਔਰ ਕਿਸਾਨ ਮੁੱਦੇ ਖਾਸ ਤੌਰ 'ਤੇ, ਇਹ ਸਾਰੀਆਂ ਪਾਰਟੀਆਂ ਦੇ ਆਧਾਰ ਹੈ। ਉਹ ਇਹ ਕਿਸਾਨਾਂ ਕਰਕੇ, ਕਿਸਾਨ ਵਿਰੋਧੀ ਜਿਹੜੇ ਕਾਨੂੰਨ ਪਾਸ ਕੀਤੇ ਇਹਨਾਂ ਕਰਕੇ ਔਰ ਹੋਰ ਖੇਤਰੀ ਪਛਾਣਾਂ ਨੂੰ ਦਰੜਨ ਦਾ ਜਿਹੜਾ ਰਾਹ ਚੁਣਿਆ ਹੈਗਾ ਬੀਜੇਪੀ ਨੇ, ਉਸ ਤੋਂ ਦੁਖੀ ਹੋ ਕੇ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੂਰ ਹੁੰਦੀਆਂ ਜਾ ਰਹੀਆਂ। ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਆਂਧਰਾ ਪ੍ਰਦੇਸ਼ 'ਚ ਤੇਲਗੂ ਦੇਸ਼ਮ ਪਾਰਟੀ ਕਾਫੀ ਲੰਬਾ ਸਮਾਂ ਭਾਜਪਾ ਦੀ ਹਮਾਇਤੀ ਰਹੀ, ਪਿੱਛੇ ਸਰਕਾਰ 'ਚ ਵੀ ਉਹਨਾਂ ਦੇ ਨੁਮਾਇੰਦੇ ਸੀਗੇ, ਪਰ ਉਹ ਵੀ ਹੁਣ ਉੱਥੋਂ ਦੇ ਮਸਲਿਆਂ ਨੂੰ ਲੈ ਕੇ ਭਾਜਪਾ ਤੋਂ ਵੱਖ ਹੋ ਚੁੱਕੀ ਹੈ। ਇਸ ਤਰ੍ਹਾਂ ਤਾਮਿਲਨਾਡੂ 'ਚ ਹੈਗਾ, ਤਾਮਿਲਨਾਡੂ ਦੀ ਅੰਨਾ ਡੀਐਮਕੇ ਜਿਹੜੀ, ਉਹ ਭਾਜਪਾ ਦੀ ਹਮਾਇਤੀ ਸੀ, ਇਹਨਾਂ ਨਾਲ ਸਰਕਾਰ 'ਚ ਭਾਈਵਾਲ ਸੀ, ਪਰ ਉਹਨਾਂ ਨੇ ਵੀ ਗੱਠਜੋੜ ਕਰਕੇ ਪਾਸਾ ਵੱਟ ਲਏਗਾ।
ਇਸ ਤਰ੍ਹਾਂ ਹੋਰ ਕਈ ਛੋਟੇ ਛੋਟੇ ਦਲ ਹੈ ਜਿਹੜੇ ਬੀਜੇਪੀ ਤੋਂ ਵੱਖ ਹੋ ਰਹੇ ਹੈ। ਇਹ ਦੱਸ ਰਹੇ ਨੇ ਕਿ ਹਿੰਦੁਸਤਾਨ ਪੱਧਰ ਤੇ ਜਿਹੜਾ ਸਰਕਾਰ ਦੇ ਦਾ ਇੱਕ ਮਜ਼ਬੂਤੀ ਸੀ ਨਾ, ਬਾਕੀ ਸਾਰਿਆਂ ਨੂੰ ਨਾਲ ਲੈ ਕੇ ਸਰਕਾਰ ਚਲਾਉਣ ਦੀ, ਉਹ ਹੁਣ ਕਮਜ਼ੋਰੀ ਦਾ ਸਾਧਨ ਬਣਦੀ ਜਾ ਰਹੀ ਹੈ ਕਿ ਇਹੀ ਸਾਰੇ ਖੇਤਰੀ ਪਾਰਟੀਆਂ, ਇਹੀ ਸਾਰੇ ਖੇਤਰੀ ਦਲ ਉਹਨੂੰ ਛੱਡ ਕੇ ਪਾਸੇ ਹੋ ਰਹੇ ਹੈਗੇ। ਸੋ ਇਸ ਮਸਲੇ ਦੇ ਉੱਤੇ ਅਸੀਂ ਹੋਰ ਵੀ ਵਿਚਾਰ ਚਰਚਾ ਕਰਾਂਗੇ ਪ੍ਰੋਗਰਾਮ ਪੰਜਾਬ ਚਰਚਾ 'ਚ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋ ਚੱਲਿਆ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਓ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਓ ਮਾਂ ਹੈ ਠੰਡੜੀ ਛਾਂ ਓ ਦੁਨੀਆ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤੇ ਰੱਬ ਦਾ ਰੂਪ ਹੈ ਦੂਜਾ, ਓ ਮਾਂ ਹੈ ਰੱਬ ਦਾ ਨਾਂ ਓ ਦੁਨੀਆ ਵਾਲਿਓ, ਓ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ। ਮੇਰੇ ਵੱਲੋਂ ਜਾਣੀ ਤੁਹਾਡੇ ਆਪਣੇ ਗੁਰਮੀਤ ਮੀਤ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗੁਰਜਤਿੰਦਰ ਸਿੰਘ ਰੰਧਾਵਾ ਜੀ, ਜੋ ਕਿ ਪੰਜਾਬ ਵਿੱਚ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਸੀ, ਪੰਜਾਬੀ ਵਿਰਸੇ ਦੀ ਸੇਵਾ ਕਰਦੇ ਸੀ, ਅੱਜ ਉਹ ਅਮਰੀਕਾ ਦੀ ਧਰਤੀ ਤੇ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ। ਪੰਜਾਬ ਮੇਲ USA ਚੈਨਲ ਖੋਲ੍ਹਣ ਤੇ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਬਾਪੂ ਦੇਵ ਥਰੀਕਿਆਂ ਵਾਲਾ ਜੀ ਦੇ ਆਸ਼ੀਰਵਾਦ ਸਦਕਾ, ਕੁਲਦੀਪ ਮਾਨ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਮੈਂ ਵੀ ਬਹੁਤ ਸਾਰੇ ਗੀਤ ਲੈ ਕੇ ਆ ਰਿਹਾ ਇਸ ਚੈਨਲ ਤੇ। ਸੋ ਦਿਓ ਪਿਆਰ, ਥੈਂਕ ਯੂ ਜੀ, ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ 'ਚ। ਔਰ ਅੱਜ ਚਰਚਾ ਦਾ ਵਿਸ਼ਾ ਹੈ ਬੀਜੇਪੀ ਜਿੰਨੇ ਕਿ ਨਵੇਂ ਖੇਤੀ ਕਾਨੂੰਨ ਲਿਆਂਦੇ ਸੀ ਔਰ ਉਹਦੇ ਨਾਲ ਉਹਨੂੰ ਆਪ ਨੂੰ ਹੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ, ਉਹਦੀ ਸਿਆਸਤ 'ਤੇ ਵੀ ਕਾਫੀ ਪ੍ਰਭਾਵ ਪੈ ਰਹੇ ਨੇ। ਇਸ ਵਿਸ਼ੇ ਤੇ ਅਸੀਂ ਚਰਚਾ ਕਰ ਰਹੇ ਹਾਂ ਸਰਦਾਰ ਮੇਜਰ ਸਿੰਘ ਜੀ ਹੋਰਾਂ ਦੇ ਨਾਲ। ਸਰ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ। ਜੀ ਅਸੀਂ ਗੱਲ ਕਰ ਰਹੇ ਸੀ ਕਿ ਬੀਜੇਪੀ ਜਿੰਨੇ ਕਿ ਆਪਣੇ ਭਾਈਵਾਲਾਂ ਦੀ ਵੀ ਪਰਵਾਹ ਨਹੀਂ ਕੀਤੀ, ਗੱਠਜੋੜ ਤੋੜ ਦਿੱਤੇ ਔਰ ਆਪਣੀ ਮਰਜ਼ੀ ਦੇ ਨਾਲ ਕਾਫੀ ਕਾਨੂੰਨ ਇਸ ਵਾਰ ਉਹਨੇ ਲਿਆਂਦੇ, ਲੇਕਿਨ ਲੱਗਦਾ ਕਿ ਇਸ ਵਾਰ ਉਹਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ। ਕੀ ਕਹੋਗੇ ਤੁਸੀਂ, ਉਹਦੇ ਜਿਹੜੇ ਸਿਆਸਤ ਦੇ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ? ਜਦ ਇਹਨਾਂ ਨੇ ਕਾਨੂੰਨ ਬਣਾਇਆ ਸੀ ਜਾਂ ਕਾਨੂੰਨ ਦਾ ਖਰੜਾ ਸਾਹਮਣੇ ਲਿਆਂਦਾ ਆਰਡੀਨੈਂਸ ਦੇ ਰੂਪ 'ਚ, ਉਸ ਵੇਲੇ ਹਿੰਦੁਸਤਾਨ ਦੇ ਵਿੱਚ ਚਾਰੇ ਪਾਸੇ ਲੋਕ ਕਰੋਨਾ ਆਫਤ ਕਾਰਨ ਬੁਰੀ ਤਰ੍ਹਾਂ ਭੈਭੀਤ ਸਨ ਜੀ। ਤਾਂ ਲੱਗਦਾ ਕਿ ਜਿਸ ਤਰ੍ਹਾਂ ਉਸ ਮਾਹੌਲ ਦੇ ਵਿੱਚ ਮੋਦੀ ਸਰਕਾਰ ਨੇ ਇਹ ਆਰਡੀਨੈਂਸ ਪਾਸ ਕੀਤੇ, ਉਹਨਾਂ ਨੂੰ ਲੱਗਦਾ ਹੋਵੇਗਾ ਕਿ ਜੇ ਇਹ 'ਤੇ ਚਰਚਾ ਵੀ ਹੋਈ ਤਾਂ ਕੋਈ ਬਹੁਤੀ ਨਹੀਂ ਹੋ ਸਕੂਗੀ, ਕਿਉਂਕਿ ਲੋਕੀ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਣੇ, ਜਿਹਦੇ ਕਰਕੇ ਸਾਡਾ ਬਿਨਾਂ ਵਿਰੋਧ ਇਹ ਕੰਮ ਪੂਰਾ ਹੋ ਜਾਊਗਾ। ਦੂਸਰਾ ਉਹਨੂੰ ਲੱਗ ਰਿਹਾ ਸੀ ਕਿ ਕਾਂਗਰਸ ਦੇ ਵਿੱਚ ਜਾਨ ਨਹੀਂ ਹੈਗੀ, ਉਹ ਬਹੁਤਾ ਕੁਝ ਬੋਲ ਨਹੀਂ ਸਕਣੀ। ਤੀਜਾ ਕਿ ਖੇਤਰੀ ਪਾਰਟੀਆਂ ਬਹੁਤੀਆਂ ਸਾਡੇ ਨਾਲ ਹੈ ਜੀ। ਮੇਰੇ ਖਿਆਲ ਇਸ ਪ੍ਰਭਾਵ 'ਚੋਂ ਉਹਨਾਂ ਨੇ ਇਹ ਆਰਡੀਨੈਂਸ ਪਾਸ ਕੀਤੇ ਖੇਤੀ ਬਾਰੇ। ਪਰ ਹੋਇਆ ਉਲਟ ਕਿ ਕਿਸਾਨਾਂ ਨੇ, ਖਾਸ ਤੌਰ 'ਤੇ ਪੰਜਾਬ ਦੇ ਨੇ, ਕੋਈ ਪਰਵਾਹ ਨਹੀਂ ਕੀਤੀ ਕਰੋਨਾ ਦੀ, ਨਾ ਕਰੋਨਾ ਤੋਂ ਭੈਭੀਤ ਹੋਏ। ਉਹ ਆਰਡੀਨੈਂਸ ਪਾਸ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਸੜਕਾਂ 'ਤੇ ਉਤਰ ਆਏ, ਪਿੰਡਾਂ 'ਚ ਰੈਲੀਆਂ ਸ਼ੁਰੂ ਕੀਤੀਆਂ। ਉਹਨੇ ਆਪਣੇ ਨਵੇਂ ਢੰਗ ਤਰੀਕੇ ਇਜਾਦ ਕਰ ਲਏ ਇਸ ਦੇ ਖਿਲਾਫ ਲੜਾਈ ਵਿੱਢਣ ਲਈ। ਹੁਣ ਇਹਦੇ ਨਾਲ ਕੀ ਹੋਇਆ, ਚੱਲਦਾ ਮੂਵਮੈਂਟ ਬਹੁਤ ਤੇਜ਼ ਹੋ ਗਈ ਪੰਜਾਬ 'ਚ। ਉਸ ਨਾਲ ਹਿੰਦੁਸਤਾਨ ਪੱਧਰ 'ਤੇ ਕਾਂਗਰਸ ਨੂੰ ਇੱਕ ਬੜਾ ਵੱਡਾ ਮੁੱਦਾ ਮਿਲ ਗਿਆ, ਦੂਸਰੀਆਂ ਵਿਰੋਧੀ ਪਾਰਟੀਆਂ ਨੂੰ ਬੜਾ ਵੱਡਾ ਮੁੱਦਾ ਮਿਲ ਗਿਆ। ਔਰ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਅਕਾਲੀ ਦਲ ਉਹਨਾਂ ਦਾ ਪੱਕਾ ਭਾਈਵਾਲ ਤੁਰਾਇਆ ਸੀ ਖੇਤੀ ਮਸਲਿਆਂ ਦੇ ਉੱਤੇ ਲੈ ਕੇ, ਉਹਦੇ ਨਾਲ ਵੀ ਉਹਨਾਂ ਦੀ ਦੋਸਤੀ ਤੜਕ ਕਰ ਗਈ, ਉਹ ਟੁੱਟ ਫੁੱਟ ਹੋ ਗਈ। ਹੁਣ ਇਹ ਕੀ ਹੈ, ਇੱਦਾਂ ਹੀ ਬਾਕੀ ਸਟੇਟਾਂ 'ਚ ਵੀ ਹੈ। ਇਸ ਨਾਲ ਹੁਣ ਜਿਹੜਾ ਬੜਾ ਉਹਨਾਂ ਨੇ ਧੜੱਲੇ ਨਾਲ ਕਹਿ ਰਹੇ ਸੀ ਨਾ ਕਿ ਜੀ ਇਹ ਖੇਤੀ ਕਾਨੂੰਨ ਤਾਂ ਅਸੀਂ ਇਹੋ ਜਿਹੇ ਪਾਸ ਕੀਤੇ ਕਿ ਸਾਰੀ ਕਿਸਾਨੀ ਦੀ ਕਿਸਮਤ ਪਾਰ ਹੋ ਜੂਗੀ, ਹੁਣ ਕਿਸਮਤ ਤਰ ਜੂਗੀ। ਹੁਣ ਉਹ ਆਪ ਹੀ ਫਸ ਗਿਆ, ਕਿਉਂਕਿ ਵੱਡੀ ਪੱਧਰ 'ਤੇ ਕਿਸਾਨਾਂ ਵੱਲੋਂ ਨਾਰਥ ਇੰਡੀਆ 'ਚ ਖਾਸ ਤੌਰ 'ਤੇ ਵਿਰੋਧ ਹੋ ਰਿਹਾ ਹੈ। ਇਸ ਵਿਰੋਧ 'ਚੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਸਿਆਸੀ ਭਵਿੱਖ ਖਤਮ ਹੋ ਰਿਹਾ ਸਾਡਾ। ਉਹਦੇ ਨਾਲ ਦੇਖਿਆ ਅਸੀਂ ਕਿ ਜਿਹੜਾ ਪੰਜਾਬ ਅਤੇ ਹਰਿਆਣੇ 'ਚ ਸੰਘਰਸ਼ ਉੱਠਿਆ ਹੈਗਾ, ਤਾਂ ਪੰਜਾਬ 'ਚ ਉਹਨਾਂ ਦਾ ਵੱਡਾ ਭਾਈਵਾਲ ਅਕਾਲੀ ਦਲ ਵੱਖ ਹੋ ਗਿਆ। ਪੰਜਾਬ 'ਚ ਬਹੁਤ ਬੁਰੀ ਤਰ੍ਹਾਂ ਸੁੰਗੜ ਕੇ ਰਹਿ ਗਈ ਹੈ ਬੀਜੇਪੀ ਇਸ ਵੇਲੇ, ਜਾਂ ਕਹਿ ਦਈਏ ਕਿ ਬੀਜੇਪੀ ਦੀ ਇਸ ਵੇਲੇ ਕੋਈ ਸਿਆਸੀ ਹੈਸੀਅਤ ਪੰਜਾਬ 'ਚ ਨਜ਼ਰ ਨਹੀਂ ਆ ਰਹੀ। ਉਹਦੇ ਨਾਲ ਹੀ ਹਰਿਆਣੇ ਵਿੱਚ ਇਸ ਵੇਲੇ ਭਾਜਪਾ ਘੱਟ ਗਿਣਤੀ ਹੈ ਵਿਧਾਨ ਸਭਾ 'ਚ, ਉੱਥੇ ਉਹਨਾਂ ਦੀ ਬਹੁ ਗਿਣਤੀ ਮਿਲੀ ਹੈ, ਬਣੀ ਹੈ
ਜਨ ਨਾਇਕ ਜਨਤਾ ਪਾਰਟੀ ਜਿਹੜੀ ਹੈ ਉਹ ਚਟਾਲੇ ਦੇ ਪੁੱਤਰੇ ਦੀ, ਜੀ ਜਿਹੜਾ ਦੁਸ਼ਯੰਤ ਚਟਾਲਾ ਉੱਥੇ ਉਪ ਮੁੱਖ ਮੰਤਰੀ ਹੈ, ਤੇ ਦੇਵੀ ਲਾਲ ਦਾ ਪੁੱਤਰ ਜਿਹੜਾ ਰਣਜੀਤ ਸਿੰਘ ਉਹ ਉੱਥੇ ਮੰਤਰੀ ਹੈ। ਹੁਣ ਉੱਥੋਂ ਦੇ ਜਾਟ ਕਿਸਾਨੀ ਉਹ ਦੁਸ਼ਯੰਤ ਅਤੇ ਰਣਜੀਤ ਸਿੰਘ 'ਤੇ ਦਬਾਅ ਪਾ ਰਹੀ ਹੈ ਕਿ ਤੁਸੀਂ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਉਹ ਬੀਜੇਪੀ ਨੂੰ ਛੱਡ ਕੇ ਬਾਹਰ ਆਵੇ, ਜਿਸ ਤਰ੍ਹਾਂ ਅਕਾਲੀ ਦਲ ਬਾਹਰ ਆ ਗਿਆ ਹੈਗਾ। ਹੁਣ ਉਹਦੇ ਲਈ ਉੱਥੇ ਉਹਨਾਂ ਦੇ ਘਰਾਂ ਮੂਹਰੇ ਨਾਕੇ ਲੱਗੇ ਹੈਗੇ, ਅਤੇ ਇਸ ਤਰ੍ਹਾਂ ਦਾ ਦਬਾਅ ਪੈ ਰਿਹਾ ਹੈ ਕਿ ਲੱਗਦਾ ਕੱਲ੍ਹ ਨੂੰ ਜਨ ਨਾਇਕ ਪਾਰਟੀ ਨੂੰ ਉੱਥੇ ਭਾਜਪਾ ਸਰਕਾਰ 'ਚੋਂ ਬਾਹਰ ਆਉਣਾ ਪੈ ਸਕਦਾ। ਜੇ ਹਰਿਆਣੇ 'ਚ ਬਾਹਰ ਆ ਗਏ ਹੋ ਤਾਂ ਇਸ ਨਾਲ ਹਰਿਆਣੇ ਦੀ ਸਰਕਾਰ ਟੁੱਟ ਜਾਣੀ ਹੈਗੀ, ਉਹਦਾ ਖਦਸ਼ਾ ਖੜਾ ਹੈ ਕਿ ਸਰਕਾਰ ਟੁੱਟ ਜੂਗੀ। ਜੇ ਸਰਕਾਰ ਟੁੱਟਦੀ ਹੈ ਇਹਦਾ ਬੜੀ ਵੱਡੀ ਪੱਧਰ 'ਤੇ ਸੈਟਬੈਕ ਲੱਗਣੀ ਹੈ ਮੋਦੀ ਸਰਕਾਰ ਨੂੰ, ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਰਾਜਸਥਾਨ 'ਚ ਵੀ ਉਹਨਾਂ ਨੇ ਪਹਿਲਾ ਤਜਰਬਾ ਕੀਤਾ ਸੀ ਮੱਧ ਪ੍ਰਦੇਸ਼ 'ਚ, ਉੱਥੇ ਕਾਂਗਰਸ ਦੇ ਥੋਕ 'ਚ 35 ਜਿਹੜੇ ਵਿਧਾਇਕ ਤੋੜੇ ਔਰ ਉਹਦੀ ਸਰਕਾਰ ਡੇਗਤੀ ਤੇ ਆਪਣੀ ਸਰਕਾਰ ਉਹਨਾਂ ਦੇ ਹਮਾਇਤ ਨਾਲ ਬਣਾ ਲਈ। ਉਹੀ ਤਜਰਬਾ ਉਹਨਾਂ ਨੇ ਦੁਹਰਾਉਣ ਦਾ ਯਤਨ ਕੀਤਾ ਰਾਜਸਥਾਨ 'ਚ, ਪਰ ਉੱਥੇ ਕੀ ਹੋਇਆ, ਉੱਥੇ ਉਹ ਇਸ ਕਾਮਯਾਬ ਨਹੀਂ ਹੋਈ। ਜਿਸ ਆਪਣੇ ਨੂੰ ਨੇ ਪੈਲਟ ਨੂੰ ਪੁੱਟ ਕੇ ਲਿਆਂਦਾ ਕਾਂਗਰਸ 'ਚੋਂ ਉਹ ਪੂਰਾ ਸਫਲ ਨਹੀਂ ਹੋ ਸਕਿਆ, ਸਗੋਂ ਪੈਲਟ ਖੁਦ ਵੀ ਵਾਪਸ ਕਾਂਗਰਸ ਚਲਾ ਗਿਆ। ਇਸ ਗੱਲ ਨਾਲ ਕਾਂਗਰਸ ਨੂੰ ਬੜੀ ਬੀਜੇਪੀ ਨੂੰ ਬੜੀ ਨਮੋਸ਼ੀ ਝੱਲਣੀ ਪਈ ਕਿ ਜਿਹੜੀਆਂ ਬੰਦੇ ਤੋੜ ਕੇ ਖਰੀਦ ਕੇ ਵਿਧਾਇਕ ਇੰਨੀ ਵੱਡੀ ਪੱਧਰ 'ਤੇ ਸਰਕਾਰਾਂ ਤੋੜਨਾ ਤੇ ਆਪਣੀ ਹਮਾਇਤ 'ਚ ਸਰਕਾਰਾਂ ਬਣਾਉਣੀਆਂ, ਇਹ ਉਹਨੂੰ ਬੜਾ ਮਹਿੰਗਾ ਪਿਆ। ਜਿਹੜਾ ਲੱਗਦਾ ਸੀ ਕਿ ਮੱਧ ਪ੍ਰਦੇਸ਼ ਸਰਕਾਰ ਬਣਾ ਕੇ ਬੜਾ ਵੱਡਾ ਮਾਰਕਾ ਮਾਰ ਲਿਆ, ਉਹ ਰਾਜਸਥਾਨ ਨੇ ਉਹਦਾ ਨੱਕ ਤੋੜ ਦਿੱਤਾ। ਹੁਣ ਰਾਜਸਥਾਨ ਦੀ ਮਾਰ ਤੋਂ ਬਾਅਦ ਜੇ ਹਰਿਆਣਾ ਸਰਕਾਰ ਟੁੱਟ ਜਾਂਦੀ ਹੈ, ਫਿਰ ਤੀਜਾ ਹੁਣ ਮੌਕੇ 'ਤੇ ਆਇਆ ਖੜਾ ਹੈ ਕਿ ਐਸੇ ਮਹੀਨੇ ਬਿਹਾਰ ਦੇ ਵਿੱਚ ਚੋਣ ਹੋਣ ਜਾ ਰਹੀ ਹੈ। ਉੱਥੇ ਨਿਤਿਸ਼ ਤੋਂ ਦੁਖੀ ਹੋ ਕੇ ਇਹਨਾਂ ਦੇ ਪੁਰਾਣੇ ਇੱਕ ਹਮੈਤੀ ਹੈ ਭਾਈਵਾਲ ਹੈ ਲੋਕ ਜਨ ਸੇਵਾ ਪਾਰਟੀ ਜਿਹੜੀ ਪਾਸਵਾਨ ਦੀ, ਉਹ ਉਹਨਾਂ ਤੋਂ ਵੱਖ ਹੋ ਗਈ ਹੈ। ਉਹਨਾਂ ਨੇ ਆਪਣੇ ਬੰਦੇ ਵੱਖਰੇ ਖੜੇ ਕਰਨ ਦਾ ਐਲਾਨ ਕਰਤਾ ਹੈ। ਤਾਂ ਹੁਣ ਕੱਲ੍ਹ ਨੂੰ ਜੇਕਰ ਜਿਸ ਤਰ੍ਹਾਂ ਦਾ ਮਾਹੌਲ ਹਿੰਦੁਸਤਾਨ 'ਚ ਐਂਟੀ ਬੀਜੇਪੀ ਬਣਦਾ ਜਾ ਰਿਹਾ ਹੈ, ਮੋਦੀ ਸਰਕਾਰ ਦੇ ਖਿਲਾਫ ਬਣਦਾ ਜਾ ਰਿਹਾ ਹੈ, ਇਹਦਾ ਅਸਰ ਬਿਹਾਰ ਦੀ ਚੋਣ 'ਤੇ ਪੈਣਾ ਵੀ ਲਾਜ਼ਮੀ ਹੈਗਾ। ਕੱਲ੍ਹ ਨੂੰ ਜੇ ਬਿਹਾਰ 'ਚ ਵੀ ਨਿਤਿਸ਼ ਕੁਮਾਰ ਔਰ ਬੀਜੇਪੀ ਨੂੰ ਸੈਟਬੈਕ ਲੱਗਦੀ ਹੈ ਤਾਂ ਮੇਰੇ ਖਿਆਲ 'ਚ ਇਹ ਦੇਸ਼ ਪੱਧਰ 'ਤੇ ਇੱਕ ਐਂਟੀ ਬੀਜੇਪੀ ਐਂਟੀ ਮੋਦੀ ਗਵਰਨਮੈਂਟ ਲਹਿਰ ਬਣਾਉਣ ਲਈ ਬੜੀ ਵੱਡੀ ਇੱਕ ਹਥਿਆਰ ਬਣ ਜਾਣਾ ਹੈਗਾ, ਜਿਹਦੇ ਕਰਕੇ ਨਾ ਇਸ ਵੇਲੇ ਮੋਦੀ ਸਰਕਾਰ ਇਸ ਗੱਲ ਤੋਂ ਭੈਭੀਤ ਹੈ ਕਿ ਇਹ ਜਿਹੜਾ ਆਰਥਿਕ ਖੇਤਰ 'ਚ ਆਇਆ ਸੰਕਟ ਹੈ ਇਹ ਸਿਆਸੀ ਖੇਤਰ 'ਚ ਪਲਟਦਾ ਜਾ ਰਿਹਾ ਹੈ। ਉਹਨਾਂ ਦਾ ਸਾਰਾ ਯਤਨ ਹੈ ਕਿ ਇਹਨੂੰ ਸਿਆਸੀ ਸੰਕਟ 'ਚ ਬਦਲਣ ਤੋਂ ਰੋਕਣ ਵਾਸਤੇ ਉਹਨਾਂ ਨੇ ਹੁਣ ਪੰਜਾਬ 'ਚ ਜ਼ੋਰ ਲਾਇਆ ਹੈ। ਹਰਦੀਪ ਸਿੰਘ ਪੁਰੀ ਉਹਨਾਂ ਦੇ ਇੱਕ ਸਰਦਾਰ ਹੈਗੇ ਮੰਤਰੀ ਕੇਂਦਰ ਦੇ, ਉਹਨਾਂ ਨੂੰ ਭੇਜਿਆ ਸਪੈਸ਼ਲ। ਇਸ ਤਰ੍ਹਾਂ ਇੱਕ ਹੋਰ ਕੇਂਦਰੀ ਮੰਤਰੀ ਆਏ ਪੰਜਾਬ ਦੇ ਰਾਜ ਕੇਂਦਰੀ ਮੰਤਰੀ ਹੈਗੇ ਸੋਮ ਪ੍ਰਕਾਸ਼, ਉਹ ਪਰਸੋਂ ਦੇ ਲੱਗੇ ਹੋਏ ਬਿਆਨ ਦੇਣ, ਹੋਰ ਲੀਡਰ ਬਿਆਨ ਦੇ ਰਹੇ ਕਿ ਜੀ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ, ਉਹਨਾਂ ਦੇ ਸ਼ੰਕੇ ਦੂਰ ਕਰਾਂਗੇ। ਜਿੱਥੇ ਪਹਿਲਾਂ ਬੀਜੇਪੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਬਿੱਲਾਂ ਬਾਰੇ, ਖੇਤੀ ਕਾਨੂੰਨਾਂ ਬਾਰੇ, ਹੁਣ ਇੱਥੇ ਆ ਗਈ ਕਿ ਕਿਸਾਨ ਜਥੇਬੰਦੀਆਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ, ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਾਵਾਂਗੇ, ਉਹਨਾਂ ਦੇ ਸੁਝਾਅ ਸੁਣਾਂਗੇ, ਉਹਨਾਂ ਦੇ ਸ਼ੰਕੇ ਦੂਰ ਕਰਾਂਗੇ, ਖਦਸ਼ੇ ਦੂਰ ਕਰਾਂਗੇ। ਹੁਣ ਇਹ ਕੀ ਹੈ, ਇਹਦਾ ਦੱਸਦੀ ਹੈ ਕਿ ਉਹਨਾਂ ਨੂੰ ਜਿਹੜਾ ਇਹ ਆਰਥਿਕ ਖੇਤਰ ਤੋਂ ਯਾਨੀ ਕਾਨੂੰਨਾਂ ਦੇ ਖਿਲਾਫ ਵਿਦਰੋਹ ਹੈ, ਸੰਘਰਸ਼ ਹੈ, ਰੋਹ ਹੈ, ਉਹ ਹੁਣ ਸਿਆਸੀ ਖੇਤਰ 'ਚ ਪਲਟਦਾ ਨਜ਼ਰ ਆ ਰਿਹਾ ਹੈ। ਇਹ ਸਿਆਸੀ ਖੇਤਰ 'ਚ ਪਲਟਦੇ ਨਜ਼ਰ ਤੋਂ ਉਹ ਬਚਣ ਲਈ ਜਿਹੜਾ ਉਹ ਹੁਣ ਮੁੜ ਇਸ ਗੱਲ 'ਤੇ ਆ ਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਸੰਘਰਸ਼ ਨੂੰ ਸ਼ਾਂਤ ਕਰਾਇਆ ਜਾਵੇ, ਇਸ ਨੂੰ ਅੰਦਰੋਂ ਅੰਦਰੀ ਕਿਤੇ ਨਾ ਕਿਤੇ ਗੱਲਬਾਤ ਕਰਕੇ ਸੁਲਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜੀ ਮੇਜਰ ਸਿੰਘ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਇਸ ਵਕਤ ਬੀਜੇਪੀ ਜਿਹੜੀ ਸਿਆਸੀ ਪ੍ਰਭਾਵ ਦੇ ਹੇਠ ਆ ਰਹੀ ਹੈ, ਉਹਦੇ ਜਿਹੜੇ ਗੱਠਜੋੜ ਉਹ ਵੀ ਟੁੱਟ ਰਹੇ ਨੇ ਔਰ ਉਹ ਕੋਸ਼ਿਸ਼ ਕਰ ਰਹੀ ਹੈ ਕਿ ਹੁਣ ਕਿਸਾਨਾਂ ਦੇ ਨਾਲ ਤਾਲਮੇਲ ਕੀਤਾ ਜਾਏ। ਕਿਸਾਨ ਵੀ ਜਿਹੜਾ ਉਹ ਜਿੱਥੇ ਅੜੇ ਹੋਏ ਨੇ ਆਪਣੇ ਬਜਿੱਦ ਨੇ ਕਿ ਆਪਣੇ ਹੱਕ ਲੈ ਕੇ ਰਹਿਣਗੇ ਔਰ ਆਰਡੀਨੈਂਸ ਇੱਕ ਚੌਥਾ ਆਰਡੀਨੈਂਸ ਜਿਹੜਾ ਉਹ ਪਾਸ ਕਰਨ ਦੀ ਗੱਲ ਕਰ ਰਹੇ ਨੇ, ਜਿਹਦੇ ਵਿੱਚ MSP ਜਿਹੜੀ ਹੈ ਉਹਦੀ ਸ਼ੋਰਟੀ ਦਿੱਤੀ ਜਾਏ। ਤੁਹਾਨੂੰ ਕੀ ਲੱਗਦਾ ਕਿ ਭਵਿੱਖ ਦੇ ਵਿੱਚ? ਬਿਲਕੁਲ ਇਹ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨਾ ਇਸ ਵੇਲੇ ਉਹਨਾਂ ਦੀ ਮੇਨ ਮੰਗ ਇਹ ਹੈ ਕਿ ਸਾਨੂੰ MSP ਦੀ ਤੇ ਅਸ਼ੋਰਡ ਮਾਰਕੀਟਿੰਗ ਮਤਲਬ ਯਕੀਨੀ ਮੰਡੀ, ਇਸ ਦੀ ਕਾਨੂੰਨੀ ਪ੍ਰਬੰਧ ਹੋਵੇ। ਵੀ ਇਹ ਗੱਲਾਂ ਬਾਤਾਂ ਰਹੀ ਨਹੀਂ, ਕਦੇ ਖੇਤੀ ਮੰਤਰੀ ਨੇ ਕਹਿਤਾ ਜਾਂ ਪ੍ਰਧਾਨ ਮੰਤਰੀ ਨੇ ਕਹਿਤਾ, ਇਹ ਨਹੀਂ। ਉਹ ਕਹਿੰਦੇ ਵੀ ਇਹਦੀ ਕਾਨੂੰਨੀ ਅਸ਼ੋਰਟੀ ਮਿਲੇ ਸਾਨੂੰ, ਮਤਲਬ ਜਾਨੀ ਇਹਨਾਂ ਜਿਹੜੀਆਂ ਪਾਸ ਹੋਏ ਕਾਨੂੰਨ ਹੈ ਇਹਦੇ ਵਿੱਚ ਇਹ ਗੱਲ ਸ਼ਾਮਲ ਕੀਤੀ ਜਾਵੇ ਕਿ ਕਿਸਾਨਾਂ ਨੂੰ MSP ਘੱਟੋ ਘੱਟ ਸਮਰਥਨ ਮੁੱਲ ਤੇ ਅਸ਼ੋਰਡ ਮਾਰਕੀਟ ਇਹ ਯਕੀਨੀ ਰਹੂਗੀ, ਇਹ ਨਹੀਂ ਤੋੜੀ ਜਾਊਗੀ। ਉਹ ਇਹ ਕਹਿੰਦੇ ਇਹ ਉਹਦੇ ਵਿੱਚ ਪ੍ਰਬੰਧਨ ਹੋਣਾ ਚਾਹੀਦਾ ਹੈ। ਦੂਸਰੀ ਗੱਲ ਇਹ ਕਿ ਦੇਖੋ ਅਸਲ 'ਚ ਨਾ 1977 'ਚ
ਜੀ ਜਾਂ ਕਹ ਲਈਏ 1977 ਤੱਕ ਭਾਰਤੀ ਜਨਤਾ ਪਾਰਟੀ ਨਹੀਂ ਸੀ, ਜਨਸੰਘ ਹੁੰਦੀ ਸੀ। ਜੀ ਤਾਂ ਜਨਸੰਘ ਦੇ ਉਦੋਂ ਪਾਰਲੀਮੈਂਟ 'ਚ 2 ਜਾਂ 3 ਬੰਦੇ ਵਸਾਉਂਦੇ ਸੀਗੇ। ਜੀ ਸੂਬਿਆਂ 'ਚ ਸਰਕਾਰਾਂ ਕਿਤੇ ਨਹੀਂ ਹੁੰਦੀਆਂ ਸੀਗੀਆਂ, ਹਾਲਤ ਇਹ ਸੀ ਇਹਨਾਂ ਦੀ। ਪਰ ਉਦੋਂ ਕੀ ਹੈ, ਵੱਖ-ਵੱਖ ਖੇਤਰੀ ਪਾਰਟੀਆਂ ਦਾ ਗੱਠਜੋੜ ਹੈ। ਜੇਪੀ ਲਹਿਰ ਚੱਲੀ ਐਮਰਜੈਂਸੀ ਦੇ ਖਿਲਾਫ, ਜੀ ਪੰਜਾਬ ਤੋਂ ਸੌਰੀ ਹਰਿਆਣੇ 'ਚ ਦੇਵੀ ਲਾਲ ਸਿੰਘ ਚੌਧਰੀ, ਜੀ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਸੀਗੇ, ਯੂਪੀ 'ਚ ਮੁਲਾਇਮ ਸਿੰਘ ਯਾਦਵ ਤੇ ਦੂਸਰੇ ਰਾਜਨਾਥ ਵਗੈਰਾ, ਬਿਹਾਰ 'ਚ ਲਾਲੂ ਪ੍ਰਸਾਦ ਤੇ ਜੇਪੀ ਜੈ ਪ੍ਰਕਾਸ਼ ਨਾਰਾਇਣ। ਤੇ ਇਹਦੀ ਵੱਖ-ਵੱਖ ਸੂਬੇ ਦੇਖਿਆ ਜਿਹੜਾ ਹੈਗਾ ਸੂਬਿਆਂ 'ਚ ਹੋਰ ਵੱਖਰੀਆਂ ਵੱਖਰੀਆਂ ਰੀਜਨਲ ਪਾਰਟੀਆਂ ਸੀ। ਉਹਨਾਂ ਨੇ ਸਾਰਿਆਂ ਨੇ ਇਕੱਠੀ ਕਰਕੇ ਉਦੋਂ ਜਨਸੰਘ ਨੇ ਨਹੀਂ ਸੀ ਪਾਰਟੀ ਬਣਾਈ ਭਾਰਤੀ ਜਨਤਾ ਪਾਰਟੀ, ਸਗੋਂ ਸਾਰਿਆਂ ਦਾ ਮਿਲਗੋਬਾ ਸੀਗਾ। ਜੀ ਉਹ ਜਨਸੰਘ ਵਿੱਚ ਸ਼ਾਮਲ ਹੋਈ ਤਾਂ ਉਦੋਂ ਫਿਰ ਕੀ ਹੋਇਆ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ, ਜਿਹਦੇ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਹੈ ਉਹ ਬਣੇ ਸੀ ਮੋਰਾਰਜੀ ਦੇਸਾਈ। ਜੀ ਹੁਣ ਉਸ ਤੋਂ ਬਾਅਦ ਕਿਉਂਕਿ ਲੰਬਾ ਸਮਾਂ ਚੱਲ ਨਹੀਂ ਸਕੀ ਪਾਰਟੀ, ਉਹ ਫਿਰ ਟੁੱਟ ਗਈ ਤੇ ਉਹਦੇ 'ਚ ਇਹ ਭਾਜਪਾ ਮਜ਼ਬੂਤ ਹੋ ਕੇ ਨਿਕਲੀ ਹੈਗੀ। ਤਾਂ ਉਹ ਜਿਹੜੀ ਕਹਿ ਲਈ ਸੀ ਪਹਿਲਾਂ, ਫਿਰ ਮੁੜ ਕੇ ਵਾਜਪਾਈ ਸਰਕਾਰ, ਇਹ ਦੋਏ ਸਰਕਾਰਾਂ ਜਿਹੜੀਆਂ ਬਣੀਆਂ ਉਹ ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਸੀਗੀਆਂ। ਬਿਲਕੁਲ। ਹੁਣ ਬੀਜੇਪੀ ਨੇ ਕੀ ਬਣਾਇਆ ਕਿ ਖੇਤਰੀ ਪਾਰਟੀਆਂ ਨੂੰ ਦਰਕਨਾਰ ਕਰੋ, ਕਿਉਂਕਿ ਸਾਡੀ ਸੈਂਟਰ ਮੈਜੋਰਟੀ ਆ ਗਈ, ਅਸੀਂ ਹੁਣ ਸਟੇਟਾਂ 'ਚ ਵੀ ਇਕੱਲੇ ਤੌਰ 'ਤੇ ਮੈਜੋਰਟੀ ਬਣਾਉਣੀ ਆਪਣੀ। ਖੇਤਰੀ ਪਾਰਟੀਆਂ ਨੂੰ ਦਰਕਨਾਰ ਕਰਨ ਲੱਗੇ, ਉਹਨਾਂ ਨੂੰ ਬਾਹਰ ਕੱਢਣ ਲੱਗੇ। ਉਹਦਾ ਨਤੀਜਾ ਅੱਜ ਕੀ ਆ ਰਿਹਾ ਤੇ ਮੇਰੇ ਖਿਆਲ ਕਿ ਜਿਨ੍ਹਾਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਮਜ਼ਬੂਤੀ ਬਖਸ਼ੀ ਸੀ, ਉਹੀ ਖੇਤਰੀ ਪਾਰਟੀਆਂ ਹੁਣ ਉਹਦੀ ਵੱਡੀ ਕਮਜ਼ੋਰੀ ਬਣਦੀ ਜਾ ਰਹੀਆਂ ਹੈ, ਕਿਉਂਕਿ ਉਹ ਉਹਨਾਂ ਦੇ ਦੂਰ ਹੋਣ ਨਾਲ ਆਪਣਾ ਇਹਦਾ ਕ੍ਰਾਈਸਿਸ ਜਿਹੜਾ ਮੋਦੀ ਸਰਕਾਰ ਦਾ ਕਹਿ ਲਈਏ, ਭਾਜਪਾ ਦਾ ਕਹਿ ਲਈਏ, ਉਹ ਵੱਧਦਾ ਜਾ ਰਿਹਾ ਹੈ। ਠੀਕ ਹੈ ਜੀ। ਔਰ ਇਸ ਵਕਤ ਕੀ ਸੋਚਦੇ ਤੁਸੀਂ ਮੇਜਰ ਸਿੰਘ ਜੀ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੋ ਜਿਹੀ ਭਵਿੱਖਬਾਣੀ ਹੋ ਸਕਦੀ ਹੈ ਕਿ ਕੀ ਇਹ ਕਾਨੂੰਨ ਵਾਪਸ ਲੈ ਸਕਦੀ ਹੈ ਬੀਜੇਪੀ ਸਰਕਾਰ? ਦੇਖੋ ਹੁਣ ਗੱਲ ਇਹ ਹੈ ਕਿ ਹੁਣ ਗੱਲ ਕਾਨੂੰਨ ਤੱਕ ਨਹੀਂ ਖੜੀ ਹੈਗੀ। ਜੀ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਹੁਣ ਇਹ ਕਾਨੂੰਨ ਵਾਲਾ ਸੰਕਟ ਚੱਲ ਕੇ ਸਿਆਸੀ ਖੇਤਰ 'ਚ ਆ ਗਿਆ ਹੈ। ਜੀ ਕਾਂਗਰਸ ਬੜੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ ਪੰਜਾਬ 'ਚ। ਜਿਵੇਂ 3 ਦਿਨ ਹੋ ਗਏ ਰਾਹੁਲ ਗਾਂਧੀ ਇੱਥੇ ਸਾਰੇ ਪੰਜਾਬ 'ਚ ਉਹ ਆਪਣੀ ਟਿਕਟ ਰੈਲੀ ਤੇ ਰੋਸ ਧਰਨੇ ਦੇ ਕੇ ਗਏ। ਜੀ ਹਰਿਆਣੇ 'ਚ ਗਿਆ ਹੈਗਾ, ਹੋਰ ਥਾਵਾਂ 'ਤੇ ਜਾ ਰਿਹਾ ਉਹ। ਇਸੇ ਤਰੀਕੇ ਕਿਸਾਨ ਜਥੇਬੰਦੀਆਂ, ਅਕਾਲੀ ਦਲ ਇੱਥੇ, ਆਮ ਆਦਮੀ ਪਾਰਟੀ ਹੈ, ਪੂਰੇ ਦੇਸ਼ 'ਚ ਹੋਰ ਜਿਹੜੀਆਂ ਛੋਟੀਆਂ ਛੋਟੀਆਂ ਰੀਜਨਲ ਪਾਰਟੀਆਂ ਉਹ ਉੱਠ ਰਹੀਆਂ ਜੀ। ਮੇਰੇ ਖਿਆਲ 'ਚ ਮਾਹੌਲ ਇਹੋ ਜਿਹਾ ਬਣ ਰਿਹਾ ਹੈ ਕਿ ਇਸ ਵੇਲੇ ਇੱਕ ਪਾਸੇ ਕਾਂਗਰਸ ਵੀ ਉੱਭਰ ਰਹੀ ਹੈ, ਦੂਸਰੇ ਪਾਸੇ ਰੀਜਨਲ ਪਾਰਟੀਆਂ ਯਾਨੀ ਖੇਤਰੀ ਪਾਰਟੀਆਂ, ਜਿਵੇਂ ਅਕਾਲੀ ਦਲ ਨੇ ਵੀ ਐਲਾਨ ਕਰਤਾ ਕਿ ਅਸੀਂ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਤੇ ਵੱਖ-ਵੱਖ ਰਿਆਸੀ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਇਕੱਠੀ ਕਰਨ ਲਈ ਅੱਗੇ ਵਧਾਂਗੇ। ਤਾਂ ਉਹਨਾਂ ਨੇ ਕੁਝ ਪਾਰਟੀਆਂ ਦਾ ਸੰਪਰਕ ਵੀ ਕੀਤਾ ਤੇ ਲੱਗਦਾ ਕਿ ਇਹ ਵੀ ਹਿੰਦੁਸਤਾਨ ਪੱਧਰ ਤੇ ਉਸ ਤਰ੍ਹਾਂ ਦਾ ਖੇਤਰੀ ਪਾਰਟੀਆਂ ਦਾ ਮੁੜ ਉਭਾਰ ਆਉਣ ਦੇ ਮਾਹੌਲ ਫਿਰ ਉਸਰ ਰਿਹਾ, ਜਿਹੜਾ ਕਿ ਮੇਰੇ ਖਿਆਲ ਹਿੰਦੁਸਤਾਨ ਦੇ ਲੋਕਾਂ ਲਈ ਜਾਂ ਇੱਥੋਂ ਦੇ ਸਿਆਸੀ ਵਾਤਾਵਰਨ ਲਈ ਚੰਗਾ ਸਾਬਤ ਹੋ ਸਕਦਾ ਹੈਗਾ। ਜੀ ਸੋ ਅੱਜ ਦੇ ਇਸ ਵਿਸ਼ੇ ਤੇ ਅਸੀਂ ਇੰਨੀ ਹੀ ਵਿਚਾਰ ਚਰਚਾ ਕਰਾਂਗੇ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਮੇਜਰ ਸਿੰਘ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ। ਜੀ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਅਸੀਂ ਵਿਚਾਰ ਚਰਚਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਰਹਿੰਦੇ ਹਾਂ। ਅਗਲੇ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।